गुड मॉर्निंग स्टूडेंट्स क्लास 11th। बेटा अज आप ਸਾਹਿਤ रूप करांगे जिस दे विच कविता निबंध नावल आदि बारे दस्या गया है। सब तो पहला फर्स्ट की अपना कविता कविता की हुंदी है अते इसके किहड़े-किहड़े तत्त हुंदे हन। स्टूडेंट्स कविता की है कवि कहंदा कविता एक कला है। ये ਸਾਹਿਤ ਦੇ ਸਾਰੇ ਰੂਪਾਂ ਨਾਲੋਂ ਪੁਰਾਤਨ ਹੈ। ਇਹ ਸਾਹਿਤ ਵਿੱਚ ਸਾਰੇ ਰੂਪਾਂ ਨਾਲੋਂ ਪੁਰਾਣੀ ਹੈ। ਇਹ ਸਾਹਿਤ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਖਿਆਲ ਜਜ਼ਬਾ ਕਲਪਨਾ ਅਤੇ ਤਾਲ ਜਾਂ ਕਿਸੇ ਪ੍ਰਕਾਰ ਦੇ ਵਜ਼ਨ ਤੋਲ ਦਾ ਸੁਮੇਲ ਹੁੰਦਾ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਇਸ ਨੂੰ ਰੂਹਾਂ ਦੀ ਬੋਲੀ ਕਿਹਾ ਹੈ। ਅਸਲ ਵਿੱਚ ਇਹ ਪ੍ਰਬਲ ਭਾਵਾਂ ਅਤੇ ਬਲਬਲਿਆਂ ਦਾ ਬੇਰੋਕ ਉਛਾਲਾ ਹੈ। ਕਵੀ ਆਪਣੀ ਰਚਨਾ ਕਰਨ ਲਈ ਕਈ ਪ੍ਰਕਾਰ ਦੇ ਤੱਤਾਂ ਦਾ ਸੁਮੇਲ ਕਰਦਾ ਹੈ। ਚੰਗੀ ਕਵਿਤਾ ਵਿੱਚ ਕਹਿੰਦਾ ਕੁਝ ਵਿਸ਼ੇਸ਼ ਤੱਤਾਂ ਦਾ ਹੋਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਕੀ ਹੈ ਕਵਿਤਾ ਭਾਸ਼ਾ ਦੀਆਂ ਧੁਨੀਆਂ ਅਤੇ ਸ਼ਬਦਾਂ ਦੀ ਇੱਕ ਲੜੀ ਹੈ। ਭਾਸ਼ਾ ਦੀਆਂ ਧੁਨੀਆਂ ਅਤੇ ਸ਼ਬਦਾਂ ਦੀ ਇੱਕ ਲੜੀ ਹੈ। ਭਾਸ਼ਾ ਨੂੰ ਕਵਿਤਾ ਦਾ ਕੱਚਾ ਮਸਾਲਾ ਕਿਹਾ ਜਾ ਸਕਦਾ ਹੈ। ਭਾਸ਼ਾ ਨੂੰ ਕੀ ਕਵਿਤਾ ਦਾ ਕੱਚਾ ਮਸਾਲਾ ਕਿਹਾ ਜਾ ਸਕਦਾ ਹੈ। ਕਵਿਤਾ ਇਸ ਮਸਾਲੇ ਨੂੰ ਖਾਸ ਵਿਉਂਤ ਨਾਲ ਬਣਾ ਕੇ ਕਵਿਤਾ ਦੀ ਸਿਰਜਣਾ ਕਰਦਾ ਹੈ। ਉਸ ਦੀ ਭਾਸ਼ਾ ਵਿੱਚ ਕਹਿੰਦਾ ਕਵੀ ਦੀ ਜਿਹੜੀ ਭਾਸ਼ਾ ਵਿੱਚ ਅਦਭੁਤ ਕੋਮਲਤਾ ਅਰਥ ਸ਼ਕਤੀ ਅਤੇ ਸੁੰਦਰਤਾ ਫੁੱਟ ਫੁੱਟ ਪੈਂਦੀ ਹੈ। ਕਵੀ ਦੀ ਭਾਸ਼ਾ ਸਾਡੀ ਭਾਵਨਾ ਅਹਿਸਾਨ ਅਤੇ ਸੰਵੇਦਨਾ ਨੂੰ ਟੁੰਬਦੀ ਹੋਈ ਕਿਸੇ ਵਿਸ਼ੇ ਦੀ ਡੂੰਘੀ ਤਹਿ ਤੱਕ ਪੁੱਜਦੀ ਹੈ। ਉਸ ਵਿਚਲੀ ਸ਼ਬਦ ਸਮੱਗਰੀ ਭਾਵਾਂ ਦੇ ਅਨੁਕੂਲ ਹੁੰਦੀ ਹੈ। ਕਹਿੰਦਾ ਕਵਿਤਾ ਦੀ ਭਾਸ਼ਾ ਵਿਚਲੇ ਸ਼ਬਦ ਕਈ ਕਾਰਜ ਕਰਦੇ ਹਨ। ਕਦੇ ਇਹ ਵਿਸ਼ੇ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਕਰਦੇ ਹਨ, ਕਦੇ ਪ੍ਰਤੀਕਾਂ ਦੇ ਚਿੰਨ੍ਹਾਂ ਦਾ ਰੂਪ ਧਾਰ ਕੇ ਅਣਦੇਖੇ ਅਤੇ ਅਣਕਹੇ ਵਸਤੂ ਨੂੰ ਰੂਪਮਾਨ ਕਰਦੇ ਹਨ। ਚਿੰਨ੍ਹਾਂ ਅਤੇ ਪ੍ਰਤੀਕਾਂ ਨਾਲ ਕਾਵਿ ਭਾਸ਼ਾ ਵਿੱਚ ਅਰਥ ਦੇ ਸੰਚਾਰ ਦੀ ਸਮਰੱਥਾ ਆ ਜਾਂਦੀ ਹੈ। ਕਵੀ ਆਪਣੀ ਕਵਿਤਾ ਵਿੱਚ ਸ਼ਬਦਾਂ ਨਾਲ ਕਿਸੇ ਵਸਤੂ ਦਾ ਇਸ ਤਰ੍ਹਾਂ ਵਰਣਨ ਕਰਦਾ ਹੈ ਕਿ ਪਾਠਕ ਦੇ ਮਨ ਵਿੱਚ ਉਸ ਵਸਤੂ ਦੀ ਇੱਕ ਤਸਵੀਰ ਜਿਹੀ ਆ ਜਾਂਦੀ ਹੈ। ਜਦੋਂ ਕਵੀ ਆਪਣੀ ਕਵਿਤਾ ਲਿਖਦਾ ਹੈ ਤਾਂ ਉਹ ਆਪਣੇ ਸ਼ਬਦਾਂ ਨਾਲ ਵਸਤੂ ਇਸ ਤਰ੍ਹਾਂ ਵਰਣਨ ਕਰਦਾ ਹੈ ਕਿ ਕਵੀ ਦੇ ਜਿਹੜਾ ਪਾਠਕ ਹੈ ਉਹਦੇ ਮਨ ਵਿੱਚ ਇੱਕ ਤਸਵੀਰ ਜਿਹੀ ਪੈਦਾ ਹੋ ਜਾਂਦੀ ਹੈ। ਛੰਦ ਦਾ ਕਵਿਤਾ ਵਿੱਚ ਆਪਣਾ ਮਹੱਤਵ ਹੈ। ਸਾਰੇ ਪੁਰਾਤਨ ਕਾਲ ਅਤੇ ਮੱਧ ਕਾਲ ਵਿੱਚ ਛੰਦ ਤੋਂ ਬਿਨਾਂ ਕਵਿਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਅੱਜ ਕੱਲ੍ਹ ਖੁੱਲ੍ਹੀ ਕਵਿਤਾ ਅਤੇ ਛੰਦ ਰਹਿਤ ਕਵਿਤਾ ਦੀ ਰੁਚੀ ਜ਼ੋਰ ਫੜ ਗਈ ਹੈ, ਪਰੰਤੂ ਪਹਿਲੇ ਟਾਈਮ 'ਚ ਕੀ ਸੀ ਛੰਦ ਤੋਂ ਬਿਨਾਂ ਕਵਿਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਛੰਦ ਕਵਿਤਾ ਵਿੱਚ ਭਾਵਾਂ ਅਤੇ ਵਿਚਾਰਾਂ ਨੂੰ ਪ੍ਰਚੰਡ ਕਰਦੇ ਹਨ, ਉਸ ਵਿੱਚ ਰਸ ਅਤੇ ਸੰਗੀਤ ਦਾ ਵਾਤਾਵਰਨ ਸਿਰਜਦੇ ਹਨ। ਕਵੀ ਆਪਣੀ ਕਵਿਤਾ ਨੂੰ ਸੁਹਜਮਈ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਕਈ ਪ੍ਰਕਾਰ ਦੀਆਂ ਸਜਾਵਟੀ ਜੁਗਤਾਂ ਵਰਤਦਾ ਹੈ। ਇਹ ਸਜਾਵਟੀ ਜੁਗਤਾਂ ਕੀ ਖਵਾਉਂਦੀਆਂ ਹਨ? ਅਲੰਕਾਰ। ਜਦੋਂ ਕਵੀ ਆਪਣੀ ਕਵਿਤਾ ਵਿੱਚ ਸ਼ਬਦਾਂ ਦੀ ਧੁਨੀਆਂ ਅਨੋਖੀ ਜੜਤ ਨਾਲ ਸੋਝ ਪੈਦਾ ਕਰਦਾ ਹੈ ਤਾਂ ਉਸਨੂੰ ਸ਼ਬਦ ਅਲੰਕਾਰ ਕਹਿੰਦੇ ਹਨ। ਪਰ ਜਦੋਂ ਉਹ ਕਵਿਤਾ ਦੇ ਅਰਥਾਂ ਵਿੱਚ ਚਮਤਕਾਰ ਪੈਦਾ ਕਰ ਦਿੰਦਾ ਹੈ ਤਾਂ ਉਸਨੂੰ ਅਰਥ ਅਲੰਕਾਰ ਕਹਿੰਦੇ ਹਨ। ਜਦੋਂ ਆਪਣੀ ਕਵਿਤਾ ਵਿੱਚ ਅਰਥਾਂ ਵਿੱਚ ਚਮਤਕਾਰ ਪੈਦਾ ਕਰ ਦਿੰਦਾ ਹੈ ਤਾਂ ਉਸਨੂੰ ਅਰਥ ਅਲੰਕਾਰ ਕਹਿੰਦੇ ਹਨ। ਕਲਪਨਾ ਵਿੱਚ ਕਵਿਤਾ ਦਾ ਇੱਕ ਵਿਸ਼ੇਸ਼ ਤੱਤ ਹੈ। ਕਵੀ ਆਪਣੀ ਕਲਪਨਾ ਸ਼ਕਤੀ ਨਾਲ ਕਈ ਅਣਦੇਖੇ ਅਤੇ ਅਣਜਾਣੇ ਦ੍ਰਿਸ਼ਾਂ ਅਤੇ ਵਸਤਾਂ ਨੂੰ ਪਾਠਕ ਸਾਹਮਣੇ ਇਸ ਪ੍ਰਕਾਰ ਚਿੱਤਰ ਦਿੰਦਾ ਹੈ ਕਿ ਉਹ ਬਿਲਕੁਲ ਅਸਲ ਵਰਗੇ ਪ੍ਰਤੀਤ ਹੁੰਦੇ ਹਨ। ਭਾਵ ਮਨੋਭਾਵ ਜਾਂ ਜਜ਼ਬੇ ਕਵਿਤਾ ਵਿਸ਼ੇਸ਼ ਸਥਾਨ ਰੱਖਦੇ ਹਨ। ਇਹਨਾਂ ਨਾਲ ਕਵਿਤਾ ਵਿੱਚ ਵਿਸ਼ੇਸ਼ ਰਸ ਪੈਦਾ ਹੁੰਦਾ ਹੈ। ਵਿਚਾਰ ਖਿਆਲ ਜਾਂ ਅਨੁਭਵ ਦੀ ਕਵਿਤਾ ਦੇ ਅੰਗ ਹੁੰਦੇ ਹਨ। ਕਹਿੰਦੇ ਇਹਨਾਂ ਤੋਂ ਬਿਨਾਂ ਕੋਈ ਕਵਿਤਾ ਸਾਰਥਕ ਨਹੀਂ ਹੋ ਸਕਦੀ। ਕੋਲਰਿਜ ਦਾ ਕਥਨ ਹੈ, ਕੋਈ ਕਵੀ ਉਦੋਂ ਤੱਕ ਚੰਗਾ ਕਵੀ ਨਹੀਂ ਬਣ ਸਕਦਾ ਜਦੋਂ ਤੱਕ ਉਹ ਪੂਰਾ ਵਿਚਾਰਵਾਨ ਫਿਲਾਸਫਰ ਨਹੀਂ ਬਣ ਜਾਂਦਾ। ਰਸ ਕਵਿਤਾ ਵਿੱਚ ਇੱਕ ਹੋਰ ਮੁੱਖ ਤੱਤ ਹੈ। ਇਹ 9 ਪ੍ਰਕਾਰ ਦੇ ਮੰਨੇ ਗਏ ਹਨ। ਰਸ ਕਿੰਨੇ ਪ੍ਰਕਾਰ ਦੇ ਹੁੰਦੇ ਹਨ? 9 ਪ੍ਰਕਾਰ ਦੇ। ਸ਼ਾਂਤ ਰਸ, ਸ਼ਿੰਗਾਰ ਰਸ, ਕਰੁਣਾ ਰਸ, ਰੌਦਰ ਰਸ, ਵੀਰ ਰਸ, ਹਾਸ ਰਸ, ਅਦਭੁਤ ਰਸ, ਭਿਆਨਕ ਰਸ, ਵਿਵਤਸ ਰਸ। ਕਵਿਤਾ ਦੇ ਕਈ ਭੇਦ ਮੰਨੇ ਗਏ ਹਨ। ਕਵਿਤਾ ਦੇ ਭੇਦਾਂ ਵਿੱਚ ਲੋਕ ਗੀਤ, ਵੀਰ ਕਾਵਿ, ਕਿੱਸਾ ਕਾਵਿ, ਮਹਾਂਕਾਵਿ, ਪ੍ਰਗੀਤ, ਗਜ਼ਲ ਕਾਵਿ, ਖੁੱਲ੍ਹੀ ਕਵਿਤਾ ਦੇ ਨਾਂ ਲਏ ਜਾ ਸਕਦੇ ਹਨ। ਕਵਿਤਾ ਦੇ ਤੱਤਾਂ ਬਾਰੇ ਸੰਖੇਪ ਜਾਣਨਾ ਪਾਓ। ਕਵਿਤਾ ਦੇ ਤੱਤ ਕਿਹੜੇ ਕਿਹੜੇ ਹੁੰਦੇ ਹਨ? ਕਵਿਤਾ ਦੇ ਤੱਤ ਕਵਿਤਾ ਦੀ ਰਚਨਾ ਕਰਨ ਲਈ ਕਈ ਪ੍ਰਕਾਰ ਦੇ ਤੱਤਾਂ ਦਾ ਸੁਮੇਲ ਹੁੰਦਾ ਹੈ। ਇਹਨਾਂ ਸਾਰੇ ਤੱਤਾਂ ਦਾ ਨਿਖੇੜਾ ਕਰਨਾ ਅਸੰਭਵ ਜਿਹੀ ਗੱਲ ਹੈ, ਪਰ ਕਵਿਤਾ ਵਿੱਚ ਕਹਿੰਦਾ ਕਈ ਅਜਿਹੇ ਜ਼ਰੂਰੀ ਤੱਤ ਮਿਲਦੇ ਹਨ ਜਿਨ੍ਹਾਂ ਦੀ ਚਰਚਾ ਕੀਤੀ ਜਾ ਸਕਦੀ ਹੈ। ਕਵਿਤਾ ਸਭ ਤੋਂ ਪਹਿਲਾਂ ਭਾਸ਼ਾ ਦੀਆਂ ਧੁਨੀਆਂ ਅਤੇ ਸ਼ਬਦਾਂ ਦੀ ਇੱਕ ਲੜੀ ਹੈ ਜਿਨ੍ਹਾਂ ਰਾਹੀਂ ਕਿਸੇ ਭਾਵ ਅਰਥ ਜਾਂ ਵਸਤੂ ਨੂੰ ਪੇਸ਼ ਕੀਤਾ ਜਾਂਦਾ ਹੈ। ਸੋ ਭਾਸ਼ਾ ਕਵਿਤਾ ਦਾ ਕੇਂਦਰੀ ਧੁਰਾ ਹੈ। ਭਾਸ਼ਾ ਨੂੰ ਕਵੀ ਦੀ ਕਵਿਤਾ ਦਾ ਕੱਚਾ ਮਸਾਲਾ ਵੀ ਕਹਿਣਾ ਚਾਹੀਦਾ ਹੈ।
ਕਵੀ ਦੀ ਭਾਸ਼ਾ ਆਮ ਤੌਰ 'ਤੇ ਆਮ ਲੋਕਾਂ ਦੀ ਭਾਸ਼ਾ ਤੋਂ ਭਿੰਨ ਹੁੰਦੀ ਹੈ। ਆਮ ਲੋਕਾਂ ਦੀ ਭਾਸ਼ਾ ਦੀ ਵਰਤੋਂ ਕੇਵਲ ਸੂਚਨਾ ਦੇਣ ਲਈ ਕਰਦੇ ਹਨ, ਪਰ ਕਵੀ ਭਾਸ਼ਾ ਦੀ ਵਰਤੋਂ ਸੁਹਜਾਤਮਕ ਪ੍ਰਭਾਵ ਪਹੁੰਚਾਉਣ ਲਈ ਕਰਦਾ ਹੈ। ਕਵੀ ਦੀ ਭਾਸ਼ਾ ਵਿੱਚੋਂ ਕਹਿੰਦਾ ਅਦਭੁਤ ਕੋਮਲਤਾ ਹੁੰਦੀ ਹੈ, ਅਰਥ ਸ਼ਕਤੀ ਹੁੰਦੀ ਹੈ, ਸੁੰਦਰਤਾ ਹੁੰਦੀ ਹੈ। ਜਿਹੜਾ ਕਵੀ ਹੁੰਦਾ ਹੈ ਉਹਦੀ ਭਾਸ਼ਾ ਵਿੱਚ ਸਾਡੀ ਭਾਵਨਾ, ਅਹਿਸਾਸ ਅਤੇ ਸੰਵੇਦਨਾ ਨੂੰ ਟੁੰਬਦੀ ਮਤਲਬ ਟੱਚ ਕਰਦੀ ਹੋਈ ਕਿਸੇ ਵਿਸ਼ੇ ਦੀ ਡੂੰਘੀ ਤਹਿ ਤੱਕ ਪੁੱਜਦੀ ਹੈ। ਕਾਵਿ ਭਾਸ਼ਾ ਵਿੱਚ ਸ਼ਬਦਾਂ ਦੀ ਜਿਹੜੀ ਚੋਣ ਹੈ, ਸ਼ਬਦ ਲਏ ਜਾਂਦੇ ਹਨ ਉਹ ਭਾਵਾਂ ਦੇ ਅਨੁਕੂਲ ਲਏ ਜਾਂਦੇ ਹਨ। ਇਸ ਵਿਚਲੇ ਸ਼ਬਦ ਲਈ ਕਾਰਜ ਕਾਵਿ ਭਾਸ਼ਾ ਵਿਚਲੇ ਸ਼ਬਦ ਲਈ ਕਈ ਕਾਰਜ ਕਰਦੇ ਹਨ। ਜਿਹੜੇ ਸ਼ਬਦ ਹੁੰਦੇ ਆ ਉਹ ਕਈ ਕੰਮ ਕਰਦੇ ਹਨ। ਕਦੇ ਕਿਸੇ ਵਿਸ਼ੇ ਦੀਆਂ ਵਿਸ਼ੇਸ਼ਤਾਵਾਂ ਦੱਸਦੇ ਹਨ, ਕਦੇ ਪ੍ਰਤੀਕਾਂ ਦੇ ਚਿੰਨ੍ਹਾਂ ਦਾ ਰੂਪ ਧਾਰ ਕੇ ਅਣਦੇਖੇ ਤੇ ਅਣਕਹੇ ਵਸਤੂ ਨੂੰ ਰੂਪਮਾਨ ਕਰਦੇ ਹਨ। ਸਿਆਣਾ ਕਵੀ ਆਪਣੀ ਕਵਿਤਾ ਵਿੱਚ ਮੰਨੇ ਪ੍ਰਮੰਨੇ ਪ੍ਰਤੀਕ ਤੇ ਚਿੰਨ੍ਹ ਵਰਤ ਕੇ ਡੂੰਘੇ ਤੇ ਅਰਥ ਭਾਵਾਂ ਵੱਲ ਇਸ਼ਾਰਾ ਕਰਦਾ ਹੈ। ਬਿੰਬ ਕਵਿਤਾ ਦਾ ਇੱਕ ਉਸਾਰੂ ਤੱਤ ਹੈ। ਕਵੀ ਆਪਣੀ ਕਵਿਤਾ ਵਿੱਚ ਸ਼ਬਦਾਂ ਨਾਲ ਕਿਸੇ ਚੀਜ਼ ਦਾ ਇਸ ਤਰ੍ਹਾਂ ਵਰਣਨ ਕਰਦਾ ਹੈ ਕਿ ਪਾਠਕ ਦੇ ਮਨ ਵਿੱਚ ਉਸ ਚੀਜ਼ ਦੀ ਇੱਕ ਤਸਵੀਰ ਜਿਹੀ ਉੱਭਰ ਆਉਂਦੀ ਹੈ। ਇਸ ਤਸਵੀਰ ਨੂੰ ਬਿੰਬ ਆਖਿਆ ਜਾਂਦਾ ਹੈ। ਬਿੰਬ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ ਰੂਪ ਬਿੰਬ, ਨਾਦ ਬਿੰਬ, ਸ਼ੋਭ ਬਿੰਬ, ਰਸ ਬਿੰਬ ਅਤੇ ਆਦਿ। ਛੰਦ ਦਾ ਕਵਿਤਾ ਵਿੱਚ ਆਪਣਾ ਮਹੱਤਵ ਹੈ। ਭਾਰਤ ਵਿੱਚ ਪੁਰਾਤਨ ਕਾਲ ਤੇ ਮੱਧ ਕਾਲ ਵਿੱਚ ਛੰਦ ਤੋਂ ਬਿਨਾਂ ਕਵਿਤਾ ਦੀ ਕਲਪਨਾ ਨਹੀਂ ਸੀ ਕੀਤੀ ਜਾਂਦੀ। ਬੇਸ਼ੱਕ ਅੱਜ ਖੁੱਲ੍ਹੀ ਕਵਿਤਾ ਤੇ ਛੰਦ ਰਹਿਤ ਕਵਿਤਾ ਦੀ ਰਚਨਾ ਕਹਿੰਦਾ ਰੁਚੀ ਜ਼ੋਰ ਫੜ ਗਈ ਹੈ, ਪਰੰਤੂ ਖੁੱਲ੍ਹੀ ਕਵਿਤਾ ਦੀ ਛੰਦ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੁੰਦੀ। ਜੋ ਅੱਜ ਕੱਲ੍ਹ ਖੁੱਲ੍ਹੀ ਕਵਿਤਾ ਹੈ ਉਸ ਵਿੱਚ ਵੀ ਛੰਦ ਹੁੰਦੇ ਹਨ। ਕਵੀ ਕਵਿਤਾ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਕਈ ਪ੍ਰਕਾਰ ਦੀਆਂ ਸਜਾਵਟੀ ਜੁਗਤਾਂ ਦੀ ਵਰਤੋਂ ਕਰਦਾ ਹੈ, ਜਿਨ੍ਹਾਂ ਨੂੰ ਅਲੰਕਾਰ ਕਿਹਾ ਜਾਂਦਾ ਹੈ। ਕਵਿਤਾ ਵਿੱਚ ਕਵੀ ਧੁਨੀਆਂ ਤੇ ਸ਼ਬਦਾਂ ਨੂੰ ਅਜਿਹੇ ਕਲਾਮਾਈ ਤਰੀਕੇ ਨਾਲ ਜੋੜਦਾ ਤੇ ਰੱਖਦਾ ਹੈ ਤੇ ਸੁਹਜ ਪੈਦਾ ਹੋ ਜਾਂਦਾ ਹੈ। ਇਸ ਚਮਤਕਾਰੀ ਸੁਹਜ ਨੂੰ ਹੀ ਅਲੰਕਾਰ ਕਿਹਾ ਜਾਂਦਾ ਹੈ। ਕਈ ਵਾਰ ਕਵੀ ਅਜਿਹੀ ਗੱਲ ਕਰਦਾ ਹੈ ਕਿ ਉਸ ਦੇ ਅਰਥਾਂ ਵਿੱਚ ਵਿਸ਼ੇਸ਼ ਸੁਹਜ ਪੈਦਾ ਹੋ ਜਾਂਦਾ ਹੈ। ਇਸ ਤਰ੍ਹਾਂ ਕਵਿਤਾ ਵਿੱਚ ਸ਼ਬਦ ਅਲੰਕਾਰ ਤੇ ਅਰਥ ਅਲੰਕਾਰ ਸਿਰਜੇ ਜਾਂਦੇ ਹਨ। ਉਦੋਂ ਬਾਅਦ ਕੀ ਹੈ, ਕਵੀ ਕੀ ਕਹਿੰਦਾ, ਕਲਪਨਾ ਕਵਿਤਾ ਦਾ ਇੱਕ ਹੋਰ ਵਿਸ਼ੇਸ਼ ਤੱਤ ਹੈ। ਕਲਪਨਾ ਮਤਲਬ ਕਿ ਆਪਣੇ ਮਨ ਦੇ ਵਿੱਚ ਕਿਸੇ ਚੀਜ਼ ਨੂੰ ਕਾਲਪਨਿਕ ਤੌਰ 'ਤੇ ਲੈਣਾ। ਅੰਗਰੇਜ਼ ਦੇ ਕਵੀ ਕਾਲਜ ਅਨੁਸਾਰ ਕਵਿਤਾ ਤਾਂ ਪੈਦਾ ਹੀ ਕਲਪਨਾ ਤੋਂ ਹੋਈ ਹੈ। ਕਲਪਨਾ ਦੀ ਸ਼ਕਤੀ ਨਾਲ ਕਵੀ ਅਣਦੇਖੇ ਤੇ ਅਣਜਾਣੇ ਦ੍ਰਿਸ਼ਾਂ ਦੇ ਵਸਤਾਂ ਨੂੰ ਪਾਠਕਾਂ ਸਾਹਮਣੇ ਇਸ ਪ੍ਰਕਾਰ ਚਿੱਤਰ ਦਿੰਦਾ ਹੈ ਕਿ ਉਹ ਬਿਲਕੁਲ ਹੀ ਅਸਲ ਵਰਗੇ ਪ੍ਰਤੀਤ ਹੁੰਦੇ ਹਨ। ਭਾਵ ਮਨੋਭਾਵ ਜਾਂ ਜਜ਼ਬੇ ਕਵਿਤਾ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਇਸ ਤਰ੍ਹਾਂ ਕਵਿਤਾ ਨੂੰ ਤਿੱਖੇ ਜਜ਼ਬਿਆਂ ਤੇ ਬਲਬਲਿਆਂ ਦਾ ਬੇਰੋਕ ਉਛਾਲਾ ਕਿਹਾ ਜਾਂਦਾ ਹੈ। ਕਵਿਤਾ ਵਿੱਚ ਕਹਿੰਦਾ ਭਿੰਨ ਜਜ਼ਬਿਆਂ ਦੀ ਪ੍ਰਧਾਨਤਾ ਉਸ ਵਿੱਚ ਭਿੰਨ ਪ੍ਰਕਾਰ ਦੇ ਰਸ ਪੈਦਾ ਕਰਦੀ ਹੈ। ਵਿਚਾਰ, ਖਿਆਲ ਜਾਂ ਅਨੁਭਵ ਹਰ ਕਵਿਤਾ ਵਿੱਚ ਹੁੰਦੇ ਹਨ। ਇਸ ਤੋਂ ਬਿਨਾਂ ਕੋਈ ਵੀ ਕਵਿਤਾ ਸਾਰਥਕ ਨਹੀਂ। ਕਹਿੰਦਾ ਇਹ ਕਵੀ ਕੀ ਕਹਿੰਦਾ, ਹਰੇਕ ਕਵਿਤਾ ਦੇ ਵਿੱਚ ਕਹਿੰਦਾ ਵਿਚਾਰ, ਖਿਆਲ, ਅਨੁਭਵ ਵਗੈਰਾ ਹੁੰਦੇ ਹਨ। ਹਰੇਕ ਕਵੀ ਆਪਣੀ ਕਵਿਤਾ ਦੇ ਵਿੱਚ ਅਲੰਕਾਰਾਂ ਦੀ ਵਰਤੋਂ ਕਰਦਾ ਹੈ। ਭਾਸ਼ਾ ਨੂੰ ਸੁਹਜਮਈ ਬਣਾਉਣ ਲਈ ਉਹ ਆਪਣੀ ਕਵਿਤਾ ਵਿੱਚ ਚਮਤਕਾਰ ਵੀ ਦਿਖਾਉਂਦਾ ਹੈ। ਸੁਹਜਮਈ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਉਸ ਵਿੱਚ ਕਈ ਛੰਦਾਂ ਦੀ ਵਰਤੋਂ ਵੀ ਕਰਦਾ ਹੈ।